हाँ जी, सत श्री अकाल जी सारिਆਂ ਨੂੰ ਤੇ ਚੈਨਲ ਪੰਜਾਬ ਵੈਦਰ ਤੇ ਤੁਹਾਡਾ ਸਭ ਦਾ ਸਵਾਗਤ ਹੈ। ਸੋ ਅੱਜ 21 ਅਪ੍ਰੈਲ ਸ਼ਾਮ ਵੇਲੇ ਦੀਆਂ ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਲਈ ਹਾਜ਼ਰ ਹੋਏ ਹਾਂ। ਪਹਿਲੀ ਖਬਰ ਆ ਰਹੀ ਹੈ, ਇੱਕ ਮੋਹਾਲੀ ਤੋਂ ਰਾਹਤ ਦੀ ਖਬਰ ਆ ਰਹੀ ਹੈ ਕਿ ਜ਼ਿਲ੍ਹੇ ਵਿੱਚ ਕਰੋਨਾ ਦੇ 6 ਜਿਹੜੇ ਹੋਰ ਮਰੀਜ਼ ਨੇ ਉਹ ਠੀਕ ਹੋ ਗਏ ਹਨ। ਠੀਕ ਹੋਣ ਵਾਲਿਆਂ ਵਿੱਚ ਜਿਹੜੇ 5 ਜਵਾਹਰਪੁਰ ਪਿੰਡ ਨਾਲ ਸੰਬੰਧਿਤ ਹਨ ਤੇ ਜਿਹੜੇ ਵਿਅਕਤੀ ਜਿਹੜੇ ਠੀਕ ਹੋਏ ਹਨ ਤਾਂ ਉਹਨਾਂ ਨੂੰ 14 ਦਿਨਾਂ ਦੇ ਲਈ ਕੁਆਰੰਟੀਨ 'ਤੇ ਭੇਜਿਆ ਗਿਆ ਹੈ। ਜਦੋਂ 14 ਦਿਨਾਂ ਬਾਅਦ ਇਹਨਾਂ ਦੀ ਫਿਰ ਤੋਂ ਰਿਪੋਰਟ ਆਵੇਗੀ, ਜੇਕਰ ਉਹ ਨੈਗੇਟਿਵ ਆਉਂਦੀ ਹੈ ਤਾਂ ਇਸ ਤੋਂ ਬਾਅਦ ਉਹਨਾਂ ਨੂੰ ਘਰਾਂ ਵਿੱਚ ਵਾਪਸ ਭੇਜ ਦਿੱਤਾ ਜਾਵੇਗਾ। ਜਿੱਥੇ ਜ਼ਿਕਰਯੋਗ ਹੈ ਕਿ ਮੋਹਾਲੀ ਵਿੱਚ ਹੁਣ ਤੱਕ ਜਿਹੜੇ 62 ਕੇਸ ਸਾਹਮਣੇ ਆ ਚੁੱਕੇ ਨੇ ਤੇ ਜਿਹਦੇ ਵਿੱਚ 14 ਮਰੀਜ਼ ਠੀਕ ਹੋ ਚੁੱਕੇ ਨੇ, 2 ਦੀ ਮੌਤ ਹੋ ਗਈ ਹੈ ਤੇ 46 ਜਿਹੜੇ ਐਕਟਿਵ ਕੇਸ ਨੇ ਜਿਹੜੇ ਇਲਾਜ ਦੇ ਅਧੀਨ ਚੱਲ ਰਹੇ ਨੇ। ਤੇ ਉਸ ਤੋਂ ਬਾਅਦ ਅਗਲੀ ਖਬਰ ਹੈ ਕਿ ਪਠਾਨਕੋਟ ਵਿੱਚ 24 ਦੇ ਵਿੱਚੋਂ ਜਿਹੜੇ 16 ਪੀੜਤ ਮਰੀਜ਼ ਨੇ ਉਹਨਾਂ ਦੀ ਰਿਪੋਰਟ ਆ ਜਿਹੜੀ ਨੈਗੇਟਿਵ ਆ ਚੁੱਕੀ ਹੈ। ਅਗਲੀ ਰਿਪੋਰਟ ਜਿਹੜੀ ਇਹਨਾਂ ਦੀ ਇੱਕ ਵਾਰ ਫਿਰ ਲਈ ਜਾਵੇਗੀ, ਜਿਸ ਤੋਂ ਬਾਅਦ ਜੇਕਰ ਉਹ ਫਿਰ ਵੀ ਨੈਗੇਟਿਵ ਆਉਂਦੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਘਰ ਭੇਜ ਦਿੱਤਾ ਜਾਵੇਗਾ। ਤੇ ਇਹ ਕਹਿ ਸਕਦੇ ਹਾਂ ਵੀ ਆਪਾਂ ਪਠਾਨਕੋਟ ਵਿੱਚ ਜਿਹੜੀ ਇੱਕ ਰਾਹਤ ਦੀ ਖਬਰ ਹੈ, ਇਹਦੇ ਵਿੱਚ ਜਿਹੜੇ 6 ਮਰੀਜ਼ਾਂ ਦੀ ਰਿਪੋਰਟ ਆ ਜਿਹੜੀ ਨੈਗੇਟਿਵ ਸਵੇਰੇ ਆ ਚੁੱਕੀ ਸੀ ਤੇ 10 ਹੋਰ ਮਰੀਜ਼ਾਂ ਦੀ ਜਿਹੜੀ ਨੈਗੇਟਿਵ ਰਿਪੋਰਟ ਆ ਉਹ ਹੁਣ ਦੇ ਵੇਲੇ ਆ ਚੁੱਕੀ ਹੈ ਤੇ ਟੋਟਲ ਜਿਹੜੇ 16 ਮਰੀਜ਼ ਨੇ ਉਹ ਨੈਗੇਟਿਵ ਨੇ, ਮਤਲਬ ਉਹ ਖਤਰੇ ਤੋਂ ਬਾਹਰ ਆ ਚੁੱਕੇ ਨੇ। ਅਤੇ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਦੀ ਰਿਪੋਰਟ ਜਦੋਂ ਦੁਬਾਰਾ ਲਈ ਜਾਵੇਗੀ, ਜੇਕਰ ਇਹ ਫਿਰ ਵੀ ਨੈਗੇਟਿਵ ਹੀ ਰਹਿੰਦੀ ਹੈ ਰਿਪੋਰਟ, ਤਾਂ ਉਸ ਤੋਂ ਬਾਅਦ ਉਹਨਾਂ ਨੂੰ ਛੁੱਟੀ ਦੇ ਕੇ ਜਿਹੜਾ ਘਰਾਂ ਵਿੱਚ ਭੇਜ ਦਿੱਤਾ ਜਾਵੇਗਾ। ਤੇ ਇਸ ਤੋਂ ਬਾਅਦ ਅਗਲੀ ਖਬਰ ਪੰਜਾਬ ਵਿੱਚ ਆ ਰਹੀ ਹੈ ਕਿ ਮੋਹਾਲੀ ਵਿੱਚੋਂ ਇੱਕ ਜਿਹੜਾ ਨਵਾਂ ਮਰੀਜ਼ ਸਾਹਮਣੇ ਆਇਆ ਹੈ ਤੇ ਰਾਜਪੁਰਾ ਦੇ ਵਿੱਚ 5 ਨਵੇਂ ਮਰੀਜ਼ ਜਿਹੜੇ ਸਾਹਮਣੇ ਆਏ ਹਨ। ਪਟਿਆਲੇ ਦੇ ਅਧੀਨ ਪੈਂਦਾ ਜਿਹੜਾ ਰਾਜਪੁਰਾ ਬਲਾਕ ਉਹਦੇ ਵਿੱਚ 5 ਹੋਰ ਵਿਅਕਤੀ ਜਿਹੜੇ ਮਰੀਜ਼ ਜਿਹੜੇ ਪੋਜ਼ਿਟਿਵ ਪਾਏ ਗਏ ਨੇ, ਜਿਸ ਕਾਰਨ ਪਟਿਆਲੇ ਜ਼ਿਲ੍ਹੇ ਵਿੱਚ ਪਹਿਲਾਂ ਗਿਣਤੀ 26 ਸੀ ਤਾਂ 5 ਹੋਰ ਦੇ ਆਉਣ ਨਾਲ ਜਿਹੜੀ 31 ਤੱਕ ਪਹੁੰਚ ਚੁੱਕੀ ਹੈ। ਅਤੇ ਇਸ ਤੋਂ ਇਲਾਵਾ ਮੋਹਾਲੀ ਦੇ ਪਿੰਡ ਨਵਾਂ ਗਾਉਂ ਵਿੱਚ ਇੱਕ 25 ਸਾਲਾ ਵਿਅਕਤੀ ਹੈ ਜਿਹੜਾ ਉਹ ਇਸ ਵਾਇਰਸ ਦੇ ਨਾਲ ਪੋਜ਼ਿਟਿਵ ਪਾਇਆ ਗਿਆ ਹੈ। ਤੇ ਜੇਕਰ ਹੁਣ ਪੰਜਾਬ ਦੀ ਤਾਜ਼ਾ ਸਥਿਤੀ ਦੇਖੀਏ ਤਾਂ 251 ਜਿਹੜੇ ਪੋਜ਼ਿਟਿਵ ਮਾਮਲੇ ਤਾਜ਼ਾ ਜਾਣਕਾਰੀ ਮਿਲਣ ਤੱਕ ਪੰਜਾਬ ਵਿੱਚ ਆ ਚੁੱਕੇ ਹਨ, ਜਿਹਦੇ ਵਿੱਚ ਮੋਹਾਲੀ ਵਿੱਚ ਸਭ ਤੋਂ ਜ਼ਿਆਦਾ 62 ਨੇ, ਜਲੰਧਰ ਵਿੱਚ 48, ਪਟਿਆਲਾ ਵਿੱਚ 31, ਪਠਾਨਕੋਟ ਵਿੱਚ 24, ਨਵਾਂ ਸ਼ਹਿਰ ਵਿੱਚ 19, ਲੁਧਿਆਣਾ ਵਿੱਚ 16, ਅੰਮ੍ਰਿਤਸਰ 11, ਮਾਨਸਾ 11, ਹੁਸ਼ਿਆਰਪੁਰ 7, ਮੋਗਾ 4, ਫਰੀਦਕੋਟ 3, ਰੋਪੜ 3, ਸੰਗਰੂਰ 3, ਬਰਨਾਲਾ 2, ਫਤਿਹਗੜ੍ਹ ਸਾਹਿਬ 2, ਕਪੂਰਥਲਾ 2, ਗੁਰਦਾਸਪੁਰ 1, ਮੁਕਤਸਰ ਸਾਹਿਬ 1, ਫਿਰੋਜ਼ਪੁਰ 1। ਤੇ ਇਹਦੇ ਵਿੱਚ ਜਿਹੜੇ 16 ਵਿਅਕਤੀਆਂ ਦੀ ਜਿਹੜੀ ਮੌਤ ਆ ਹੋ ਚੁੱਕੀ ਹੈ ਤੇ 38 ਮਰੀਜ਼ ਨੇ ਜਿਹੜੇ ਹੁਣ ਤੱਕ ਠੀਕ ਹੋ ਚੁੱਕੇ ਹਨ, ਜਿਹੜੇ ਕਿ ਆਪਣੇ ਘਰਾਂ ਨੂੰ ਵਾਪਸ ਪਰਤ ਚੁੱਕੇ ਨੇ। ਤੇ ਇੱਥੇ ਜਿਹੜੀ ਨਾਲ ਇਹ ਰਿਪੋਰਟ ਮਿਲੀ ਹੈ ਕਿ ਪੰਜਾਬ ਵਿੱਚ ਪਿਛਲੇ 12 ਦਿਨਾਂ ਦੇ ਦੌਰਾਨ ਜਿਹੜੇ ਪੋਜ਼ਿਟਿਵ ਕੇਸ ਨੇ ਉਹ ਦੁੱਗਣੇ ਹੋ ਚੁੱਕੇ ਹਨ ਤੇ ਇਸ ਦੇ ਸਮੇਤ ਵਿੱਚ ਜਿਹੜੇ ਡਾਕਟਰਾਂ ਦੇ ਸਮੇਤ ਜਿਹੜੇ ਹੋਰ 7 ਜਿਹੜੇ ਸਿਹਤ ਅਧਿਕਾਰੀ ਨੇ ਉਹ ਵੀ ਸੰਕਰਮਿਤ ਦੇ ਰੂਪ ਵਿੱਚ ਪਾਏ ਗਏ ਨੇ। ਸੋ ਅਗਲੀ ਖਬਰ ਆ ਰਹੀ ਹੈ ਕਿ ਵਿਸ਼ਵ ਸਿਹਤ ਸੰਗਠਨ WHO ਨੇ ਇੱਕ ਚੇਤਾਵਨੀ ਜਾਰੀ ਕੀਤੀ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਕਰੋਨਾ ਵਾਇਰਸ ਨੂੰ ਜਿਹੜੇ ਫੈਲਣ ਲਈ ਲਗਾਈਆਂ ਗਈਆਂ ਪਾਬੰਦੀਆਂ ਜਿਹੜੀਆਂ ਜਲਦੀ ਢਿੱਲੀ ਕਰਨ ਵਾਲੇ ਲਾਗ ਜਿਹੜੀ ਮੋੜ ਟਰੈਕ ਉੱਤੇ ਵਾਪਸ ਪਹੁੰਚ ਸਕਦੀ ਹੈ। ਸੋ ਉਹਨਾਂ ਨੇ ਅਜਿਹੇ ਦੇਸ਼ਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜਿਹੜੇ ਆਪਣਾ ਲੋਕਡਾਊਨ ਪੂਰੀ ਤਰ੍ਹਾਂ ਖਤਮ ਕਰ ਰਹੇ ਨੇ ਅਤੇ ਪੂਰੇ ਦੇਸ਼ ਵਿੱਚ ਜਿਹੜੀਆਂ ਪਾਬੰਦੀਆਂ ਖਤਮ ਕਰ ਰਹੇ ਨੇ, ਤਾਂ ਉਹ WHO ਵੱਲੋਂ ਚੇਤਾਵਨੀ ਹੈ। ਜੇਕਰ ਇੱਕੋ ਸਮੇਂ ਵਿੱਚ ਇੱਕ ਵਾਰ ਕਹਿ ਦਈਏ ਆਪਾਂ ਵੀ ਸਾਰੀ ਜਿਹੜੀ ਪਾਬੰਦੀਆਂ ਢਿੱਲ ਕਰ ਦਿੱਤੀ ਗਈ ਜਾਂ ਲੋਕਡਾਊਨ ਪੂਰੀ ਤਰ੍ਹਾਂ 100% ਖਤਮ ਕਰ ਦਿੱਤਾ, ਤਾਂ ਇਹ ਜਿਹੜਾ ਵਾਇਰਸ ਹੈ ਇੱਕ ਵਾਰ ਫਿਰ ਤੋਂ ਮੁੜ ਜਿਹੜਾ ਉਹ ਦੇਸ਼ ਦੇ ਵਾਸੀਆਂ ਉੱਪਰ ਜਿਹੜਾ ਅਟੈਕ ਕਰ ਸਕਦਾ ਹੈ। ਸੋ WHO ਨੇ ਹਦਾਇਤ ਦਿੱਤੀ ਹੈ ਕਿ ਲੋਕਡਾਊਨ ਨੂੰ ਹੌਲੀ ਹੌਲੀ ਪ੍ਰਕਿਰਿਆ ਦੇ ਹਿਸਾਬ ਨਾਲ ਖਤਮ ਕੀਤਾ ਜਾਵੇ ਤੇ ਤਾਂ ਜੋ ਜਿਹੜਾ ਵਾਇਰਸ ਹੈ ਪੂਰੀ ਤਰ੍ਹਾਂ ਕਿਸੇ ਵੀ ਦੇਸ਼ ਵਿੱਚੋਂ ਖਤਮ ਹੋ ਸਕੇ। ਸੋ ਅਗਲੀ ਜਿਹੜੀ ਇੱਕ ਦੁਖਦ ਖਬਰ ਆ ਰਹੀ ਹੈ ਕਿ ਖਾਲਸਾ ਏਡ ਦੇ ਵੀਰ ਇੰਦਰਜੀਤ ਦੀ ਜਿਹੜੀ ਇੱਕ ਹਾਦਸੇ ਦੌਰਾਨ ਮੌਤ ਹੋ ਗਈ ਤੇ ਉਹ ਬਠਿੰਡਾ ਵਿੱਚ PPE ਕਿੱਟਾਂ ਵੰਡ ਕੇ ਵਾਪਸ ਆ ਰਹੇ ਸੀ ਤੇ ਜਦੋਂ ਵਾਪਸ ਆ ਰਹੀ ਤਾਂ ਰੋਡ ਦੇ ਦਰਮਿਆਨ ਜਦੋਂ ਉਹਨਾਂ ਦੀ ਗੱਡੀ ਅਚਾਨਕ ਹੀ ਜਿਹੜੀ ਡਿਵਾਈਡਰ ਉੱਪਰ ਚੜ੍ਹ ਗਈ ਤਾਂ ਉਸ ਤੋਂ ਬਾਅਦ ਦੁਰਘਟਨਾਗ੍ਰਸਤ ਹੋਣ ਤੋਂ ਬਾਅਦ ਜਦੋਂ ਇੰਦਰਜੀਤ ਨੂੰ ਹਸਪਤਾਲ ਵਿਖੇ ਲਿਜਾਇਆ ਗਿਆ ਤਾਂ ਉੱਥੇ ਜਿਹੜੀ ਮੈਕਸ ਹਸਪਤਾਲ ਵਿਖੇ ਉਹਨਾਂ ਦੀ ਮੌਤ ਜੇਰੇ ਇਲਾਜ ਹੋ ਗਈ। ਸੋ ਅਗਲੀ ਖਬਰ ਆ ਰਹੀ ਹੈ ਕਿ ਚੰਡੀਗੜ੍ਹ ਦੇ ਮਨੀ ਮਾਜਰਾ ਵਿੱਚ ਕਰਫਿਊ ਦੀ ਉਲੰਘਣਾ ਕਰਨ ਲਈ ਜਿਹੜੇ ਇੱਕ ਔਨਲਾਈਨ ਬਰਗਰ ਦੇ ਜਿਹੜੇ ਆਰਡਰ ਦਿੱਤੇ ਗਏ ਤਾਂ ਉਸ ਤੋਂ ਬਾਅਦ ਬਰਗਰ ਕਿੰਗ ਦੇ ਮੈਨੇਜਰ ਅਤੇ ਆਰਡਰ ਕਰਨ ਵਾਲੇ ਜਿਹੜੇ ਵਿਅਕਤੀਆਂ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਦੋਹਾਂ ਦੇ ਖਿਲਾਫ ਜਿਹੜੀ ਧਾਰਾ 188 ਆ ਉਹ ਜਾਣੀ ਕਿ DC ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਤਹਿਤ ਜਿਹੜਾ ਕੇਸ ਦਰਜ ਕਰ ਦਿੱਤਾ ਗਿਆ ਹੈ। ਇੱਥੇ ਜ਼ਿਕਰਯੋਗ ਹੈ ਕਿ ਪੂਰੇ ਭਾਰਤ ਵਿੱਚ ਔਨਲਾਈਨ ਜਿਹੜਾ ਖਾਣਾ ਮੰਗਵਾਉਣ ਦੀ ਡਿਲੀਵਰੀ ਆ ਉਹਦੇ ਉੱਤੇ ਪੂਰੀ ਤਰ੍ਹਾਂ ਪਾਬੰਦੀ ਲੱਗੀ ਹੋਈ ਹੈ। ਜੇਕਰ ਫਿਰ ਵੀ ਕੋਈ ਔਨਲਾਈਨ ਆਰਡਰ ਕਰਦਾ ਹੈ ਖਾਣੇ ਦਾ ਤਾਂ ਉਹਦੇ ਉੱਪਰ ਜਿਹੜਾ ਕੇਸ ਦਰਜ ਹੋਣ ਦੇ ਜਿਹੜੇ ਮਾਮਲੇ ਨੇ ਤੇ ਉਹਦੇ ਸੰਬੰਧੀ ਜਿਹੜੀ ਸਰਕਾਰ ਵੱਲੋਂ ਜਿਹੜੀ ਹਦਾਇਤ ਪਹਿਲਾਂ ਹੀ ਜਾਰੀ ਕਰ ਦਿੱਤੀ ਗਈ ਹੈ। ਦੇਸ਼ ਵਿੱਚੋਂ ਅਗਲੀ ਖਬਰ ਆ ਰਹੀ ਹੈ ਕਿ ਦੇਸ਼ ਵਿੱਚ ਪਹਿਲੀ ਪਲਾਜ਼ਮਾ ਥੈਰੇਪੀ ਨਾਲ ਸਫਲ ਜਿਹੜਾ ਇਲਾਜ ਸਾਹਮਣੇ ਆਇਆ ਹੈ ਤੇ ਜਿਹੜੀ ਮਰੀਜ਼ ਉੱਪਰ ਇਹਦਾ ਪਲਾਜ਼ਮਾ ਥੈਰੇਪੀ ਕੀਤੀ ਗਈ ਤਾਂ ਉਹਦੀ ਹਾਲਤ ਵਿੱਚ ਜਿਹੜਾ ਸੁਧਾਰ ਪਾਇਆ ਜਾ ਰਿਹਾ ਹੈ।
ਦਿੱਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਇਸ ਥੈਰੇਪੀ ਦੇ ਨਾਲ 49 ਸਾਲਾਂ ਵਿਅਕਤੀ ਦਾ ਜਿਹੜਾ ਇਲਾਜ ਡਾਕਟਰਾਂ ਮੁਤਾਬਕ ਸਫਲ ਰਿਹਾ ਹੈ ਅਤੇ ਉਹਦੀ ਸਿਹਤ ਵਿੱਚ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ, ਜੋ ਕਿ ਇੱਕ ਭਾਰਤ ਲਈ ਚੰਗੀ ਖਬਰ ਹੈ ਕਿ ਜੇਕਰ ਇਸ ਥੈਰੇਪੀ ਨਾਲ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਹੁੰਦਾ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਜਿਹੜਾ ਭਾਰਤ ਤੋਂ ਇਹ ਜਲਦੀ ਵਾਇਰਸ ਖਤਮ ਕੀਤਾ ਜਾ ਸਕਦਾ ਹੈ। ਅਤੇ ਇੱਕ ਜਿਹੜੇ ਅਮਰੀਕਾ ਵੱਲੋਂ ਇੱਕ ਵਿਸ਼ਵ ਅੰਕੜੇ ਜਿਹੜੇ ਪ੍ਰਾਪਤ ਹੋਏ ਨੇ, ਜਿਹਦੇ ਵਿੱਚ ਕੁਝ ਸਿਹਤ ਮਾਹਰਾਂ ਅਤੇ ਵਿਸ਼ੇਸ਼জ্ञਾਂ ਦੁਆਰਾ ਜਿਹੜਾ ਇੱਕ ਕਹਿ ਸਕਦੇ ਆਪਾਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਤੰਬਰ ਮਹੀਨੇ ਤੱਕ ਜਿਹੜਾ ਅਮਰੀਕਾ ਵਿੱਚ ਵਾਇਰਸ ਨਾਲ ਮੌਤਾਂ ਦੀ ਗਿਣਤੀ ਹੈ ਜਿਹੜੀ 20 ਲੱਖ ਤੋਂ ਪਾਰ ਹੋ ਜਾਵੇਗੀ। ਅਮਰੀਕਾ ਵਿੱਚ ਜੇਕਰ ਤਾਜ਼ਾ ਸਥਿਤੀ ਦੇਖੀਏ ਤਾਂ ਲਗਭਗ 8 ਲੱਖ ਦੇ ਕਰੀਬ ਜਿਹੜੇ ਲੋਕ ਨੇ ਇਸ ਵਾਇਰਸ ਦੀ ਚਪੇਟ ਵਿੱਚ ਆ ਚੁੱਕੇ ਨੇ ਅਤੇ ਜਿਨ੍ਹਾਂ ਦੇ ਵਿੱਚੋਂ 42,000 ਤੋਂ ਜ਼ਿਆਦਾ ਮੌਤਾਂ ਨੇ ਜਿਹੜੀਆਂ ਹੋ ਰਹੀਆਂ ਨੇ ਅਤੇ ਅਮਰੀਕਾ ਵਿੱਚ ਪ੍ਰਤੀ ਦਿਨ 1500 ਤੋਂ ਜਿਹੜੇ 1800 ਮਰੀਜ਼ ਨੇ ਉਹ ਸਾਹਮਣੇ ਆ ਰਹੇ ਨੇ। ਸੋ ਅਗਲੀ ਖਬਰ ਆ ਰਹੀ ਹੈ ਕਿ ਰਾਸ਼ਟਰਪਤੀ ਭਵਨ ਵਿੱਚ ਕੋਵਿਡ-19 ਦੀ ਦਸਤਕ, ਸੈਲਫ ਆਈਸੋਲੇਟ ਹੋਏ 125 ਪਰਿਵਾਰ। ਇੱਥੇ ਦੱਸ ਦਈਏ ਕਿ ਰਾਸ਼ਟਰਪਤੀ ਭਵਨ ਵਿਖੇ ਜਿਹੜਾ ਪਿਛਲੇ ਦਿਨੀ ਇੱਕ ਕੋਵਿਡ-19 ਦਾ ਜਿਹੜਾ ਨਵਾਂ ਮਾਮਲਾ ਸਾਹਮਣੇ ਆਇਆ ਸੀ, ਜਿਸ ਦੇ ਚੱਲਦੇ ਸਿਹਤ ਵਿਭਾਗ ਵੱਲੋਂ ਲਗਭਗ 125 ਪਰਿਵਾਰਾਂ ਨੂੰ ਜਿਹੜਾ ਸੈਲਫ ਆਈਸੋਲੇਟ ਕਰ ਦਿੱਤਾ ਗਿਆ ਹੈ। ਜਿਹੜੇ ਸੂਤਰਾਂ ਮੁਤਾਬਕ ਰਾਸ਼ਟਰਪਤੀ ਭਵਨ ਸਟੇਟ ਕੁਆਟਰ ਦੇ ਨਿਵਾਸੀ ਇੱਕ ਰਿਸ਼ਤੇਦਾਰ ਦੀ ਮੌਤ ਹੋਈ ਸੀ। ਐਤਵਾਰ ਨੂੰ ਉਕਤ ਪੀੜਤ ਦਾ ਜਿਹੜਾ ਪਰਿਵਾਰ ਮ੍ਰਿਤਕ ਦੇ ਅੰਤਿਮ ਸੰਸਕਾਰ 'ਤੇ ਗਿਆ ਸੀ, ਜਿੱਥੇ ਹੋਰ ਵੀ ਬਹੁਤ ਜ਼ਿਆਦਾ ਲੋਕ ਮੌਜੂਦ ਸਨ। ਸੋ ਜਾਣਕਾਰੀ ਅਨੁਸਾਰ ਜਿਹੜੇ ਰਾਸ਼ਟਰਪਤੀ ਭਵਨ ਵਿੱਚ ਕੰਮ ਕਰਨ ਵਾਲੇ ਸਫਾਈ ਕਰਮਚਾਰੀ ਦੀ ਨੂੰਹ ਹੈ ਜਿਹੜੀ ਕਰੋਨਾ ਪੋਜ਼ੀਟਿਵ ਪਾਈ ਗਈ ਹੈ ਅਤੇ ਬੀਤੀ ਦਿਨੀ ਸਫਾਈ ਕਰਮੀ ਦੀ ਜਿਹੜੀ ਕੁੜਮੀ ਅਤੇ ਉਸ ਤੋਂ ਬਾਅਦ ਉਹਦੀ ਨੂੰਹ ਦੀ ਮਾਂ ਅਤੇ ਜਿਸ ਦਾ ਕਰੋਨਾ ਨਾਲ ਵਾਇਰਸ ਚਪੇਟ ਆਉਣ ਕਾਰਨ ਦੇਹਾਂਤ ਹੋ ਗਿਆ ਸੀ। ਤਾਂ ਇਸ ਕਾਰਨ ਜਿਹੜੇ 125 ਪਰਿਵਾਰ ਨੇ ਜਿਹੜੇ ਰਾਸ਼ਟਰਪਤੀ ਭਵਨ ਨਾਲ ਸੰਬੰਧਿਤ ਹਨ ਤਾਂ ਉਹਨਾਂ ਨੂੰ ਸੈਲਫ ਆਈਸੋਲੇਟ ਜਿਹੜਾ ਕਰ ਦਿੱਤਾ ਗਿਆ ਹੈ। ਸੋ ਅਗਲੀ ਖਬਰ ਆ ਰਹੀ ਹੈ ਕਿ ਲੁਧਿਆਣਾ ਜੇਲ੍ਹ ਤੋਂ 200 ਕੈਦੀਆਂ ਅਤੇ ਹਵਾਲਾਤੀ ਜਿਹੜੇ ਟਰਾਂਸਫਰ ਕੀਤੇ ਗਏ ਨੇ ਜਿਹੜੀ ਮਾਡਰਨ ਜੇਲ੍ਹ ਫਰੀਦਕੋਟ ਵਿਖੇ। ਲੁਧਿਆਣਾ ਦੀ ਬੋਸਟਰ ਜੇਲ੍ਹ ਵਿੱਚ ਬੰਦ 200 ਕੈਦੀਆਂ ਅਤੇ ਹਵਾਲਾਤੀਆਂ ਨੂੰ ਜਿਹੜਾ ਬੀਤੇ ਦਿਨੀ ਇਸ ਮਹਾਂਮਾਰੀ ਨੂੰ ਦੇਖਦੇ ਹੋਏ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿਖੇ ਟਰਾਂਸਫਰ ਕਰ ਦਿੱਤਾ ਗਿਆ ਹੈ, ਤਾਂ ਜੋ ਇਹਨਾਂ ਦੀ ਸਿਹਤ ਸੰਬੰਧੀ ਜਿਹੜਾ ਧਿਆਨ ਰੱਖਿਆ ਜਾ ਸਕੇ। ਅਤੇ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਜਿਸ ਦੀ ਸਮਰੱਥਾ 2000 ਕੈਦੀ ਤੋਂ ਵੱਧ ਦੀ ਹੈ, ਜਿਸ ਵਿੱਚ 1600 ਪਹਿਲਾਂ ਹੀ ਕੈਦੀ ਮੌਜੂਦ ਹਨ ਅਤੇ 200 ਕੈਦੀ ਹੋਰ ਆਉਣ ਦੇ ਕਾਰਨ ਜਿਹੜੀ ਕੁੱਲ ਗਿਣਤੀ ਹੈ ਉਹ 1800 ਤੱਕ ਪਹੁੰਚ ਗਈ ਹੈ। ਸੋ ਅਮਰੀਕਾ ਵੱਲੋਂ ਅਗਲੀ ਇੱਕ ਜਿਹੜੀ ਖਬਰ ਆ ਰਹੀ ਹੈ ਕਿ ਅਮਰੀਕਾ 'ਚ ਡਾਲਰ ਕਮਾਉਣ ਦਾ ਸੁਪਨਾ ਹੁਣ ਹੋਇਆ ਚਕਨਾਚੂਰ। ਟਰੰਪ ਵੱਲੋਂ ਰੁਜ਼ਗਾਰ ਲਈ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਨਾਗਰਿਕਾਂ ਉੱਪਰ ਜਿਹੜੀ ਪਾਬੰਦੀ ਲਗਾ ਦਿੱਤੀ ਗਈ ਹੈ। ਅਤੇ ਇਸ ਮਹਾਂਮਾਰੀ ਦੇ ਚੱਲਦੇ ਤਾਲਾਬੰਦੀ ਦੇ ਵਿਚਕਾਰ ਜਿਹੜਾ ਅਮਰੀਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਮੀਗ੍ਰੇਸ਼ਨ ਨੂੰ ਅਸਥਾਈ ਤੌਰ 'ਤੇ ਜਿਹੜਾ ਮੁਅੱਤਲ ਕਰ ਦਿੱਤਾ ਗਿਆ ਹੈ। ਤਾਲਾਬੰਦੀ ਦੌਰਾਨ ਦੂਜੇ ਦੇਸ਼ਾਂ ਤੋਂ ਜਿਹੜੇ ਰੁਜ਼ਗਾਰ ਲਈ ਨਾਗਰਿਕ ਆਉਣਗੇ ਤਾਂ ਉਹਨਾਂ ਉੱਪਰ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਦੇਸ਼ ਵਿਆਪੀ ਜਿਹੜੀ ਤਾਲਾਬੰਦੀ ਦਾ ਦੇਸ਼ ਦੀ ਆਰਥਿਕ ਪ੍ਰਣਾਲੀ ਉੱਪਰ ਮਾੜਾ ਪ੍ਰਭਾਵ ਪਿਆ ਹੈ, ਇਸ ਕਾਰਨ ਦੇਸ਼ ਵਿੱਚ ਬੇਰੁਜ਼ਗਾਰੀ ਵਧੀ ਹੈ ਅਤੇ ਉਹਨਾਂ ਨੇ ਜਿਹੜੀ ਪਹਿਲ ਦੇ ਆਧਾਰ 'ਤੇ ਦੇਸ਼ ਦੇ ਨਾਗਰਿਕਾਂ ਨੂੰ ਜਿਹੜਾ ਰੁਜ਼ਗਾਰ ਦੇਣ ਦਾ ਵਚਨ ਕੀਤਾ ਹੈ। ਅਤੇ ਉਹਨਾਂ ਨੇ ਕਿਹਾ ਕਿ ਜਿੰਨਾ ਚਿਰ ਤੱਕ ਜਿਹੜੀ ਆਰਥਿਕ ਸਥਿਤੀ ਆ ਅਮਰੀਕਾ ਦੀ ਵਾਪਸ ਪੱਧਰ 'ਤੇ ਨਹੀਂ ਆਉਂਦੀ ਤਾਂ ਉਦੋਂ ਤੱਕ ਜਿਹੜੇ ਵਿਦੇਸ਼ੀ ਨਾਗਰਿਕਾਂ ਨੂੰ ਰੁਜ਼ਗਾਰ ਲਈ ਜਿਹੜਾ ਅਮਰੀਕਾ ਵਿੱਚ ਨਹੀਂ ਬੁਲਾਇਆ ਜਾਵੇਗਾ। ਅਤੇ ਜੇਕਰ ਭਾਰਤ ਦੇਸ਼ ਦੀ ਸਥਿਤੀ 'ਤੇ ਨਿਗਾਹ ਮਾਰੀਏ ਤਾਂ ਜਿਹੜਾ ਹੁਣ ਤੱਕ ਜਿਹੜੇ ਕਰੋਨਾ ਦੇ ਲਗਭਗ 19,000 ਦੇ ਕਰੀਬ ਜਿਹੜੇ ਨਵੇਂ ਜਿਹੜੇ ਕੇਸ ਨੇ ਟੋਟਲ ਸਾਹਮਣੇ ਆ ਚੁੱਕੇ ਨੇ। 24 ਘੰਟਿਆਂ ਵਿੱਚ 44 ਮੌਤਾਂ ਹੋਈਆਂ ਨੇ ਅਤੇ 1330 ਮਾਮਲੇ ਨੇ ਜਿਹੜੇ ਸਾਹਮਣੇ ਆਏ ਹਨ। ਸੋ ਇਹ ਸਨ ਅੱਜ 21 ਅਪ੍ਰੈਲ ਸ਼ਾਮ ਦੀਆਂ ਕੁਝ ਮੁੱਖ ਵੱਡੀਆਂ ਖਬਰਾਂ। ਬਾਕੀ ਆਉਣ ਵਾਲੇ ਸਮੇਂ ਦੀ ਜਾਣਕਾਰੀ ਅਤੇ ਮੌਸਮ ਦੀ ਜਿਹੜੀ ਅਪਡੇਟ ਆ ਸਮੇਂ-ਸਮੇਂ 'ਤੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਉਦੋਂ ਤੱਕ ਲਈ ਧੰਨਵਾਦ ਜੀ।